Hello dear students, how are you all? Welcome back to the session of class 8 math subject. In previous video lecture we cover the introduction about understanding quadrilateral. This is our chapter number 3 of math subject and today we will cover our next exercise 3.1. Before starting this exercise, this we have to know that what we will cover, what type of question we will cover in this exercise. Actually this exercise is based on the parallelogram ਤੇ parallelogram ਨੂੰ ਅਸੀਂ ਪੰਜਾਬੀ ਦੇ ਵਿੱਚ ਆਖਦੇ ਹਾਂ ਸਮਾਂਤਰ ਚਤੁਰਭੁਜ ਜਾਂ ਚਤੁਰਭੁਜਾਵਾਂ। तो ਸਮਾਂਤਰ ਚਤੁਰਭੁਜ ਇੱਕ ਜੋਮੈਟ੍ਰੀਕਲ ਸ਼ੇਪ ਹੁੰਦੀ ਹੈ ਜਿਸ ਦੇ ਚਾਰ ਪਾਸੇ ਯਾਨੀ ਕਿ 4 ਸਾਈਡ ਹੁੰਦੀਆਂ ਨੇ ਤੇ 4 ਇੰਟਰਨਲ ਐਂਗਲਸ ਹੁੰਦੇ ਹਨ। ਓਕੇ, ਉਸ ਤੋਂ ਬਾਅਦ ਅਸੀਂ ਇਸ ਬਾਰੇ ਕੁਝ ਸਮਾਂਤਰ ਚਤੁਰਭੁਜਾਵਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਕੀਤੀਆਂ ਸੀ ਜਿਸ ਵਿੱਚ ਅਸੀਂ ਦੇਖਿਆ ਅਸੀਂ ਪ੍ਰੂਫ ਕੀਤਾ ਸੀ ਕਿ ਜਿਹੜੇ ਸਨਮੁਖ ਕੋਣ ਹੁੰਦੇ ਹਨ ਉਹ ਬਰਾਬਰ ਹੁੰਦੇ ਹਨ, ਯਾਨੀ ਕਿ ਇਹ ਵਾਲਾ ਕੋਣ ਇਹਦੇ ਬਰਾਬਰ ਹੋਏਗਾ, ਇਹ ਪੀ ਕੋਣ ਜਿਹੜਾ ਹੈ ਆਰ ਕੋਣ ਦੇ ਬਰਾਬਰ ਹੋਵੇਗਾ। ਓਕੇ, ਔਰ ਅਸੀਂ ਇਹ ਵੀ ਜਾਣਿਆ ਸੀ ਕਿ ਜਿਹੜੀਆਂ ਸਮਾਂਤਰ ਭੁਜਾਵਾਂ ਹੁੰਦੀਆਂ ਨੇ ਜਾਂ ਇੱਦਾਂ ਕਹਿ ਲਓ ਵੀ ਸਨਮੁਖ ਭੁਜਾਵਾਂ ਹੁੰਦੀਆਂ ਨੇ ਉਹ ਹਮੇਸ਼ਾ ਬਰਾਬਰ ਹੁੰਦੀਆਂ ਨੇ। ਇਹਦੇ ਪੀ ਕਿਊ ਦੇ ਸਨਮੁਖ ਇੱਥੇ ਆਰ ਐਸ ਹੈ, ਠੀਕ ਹੈ, ਭੁਜਾ ਸਨਮੁਖ ਤੇ ਪੀ ਐਸ ਦੇ ਸਨਮੁਖ ਜਿਹੜੀ ਹੈ ਕਿਊ ਆਰ ਭੁਜਾ ਹੋਵੇਗੀ। ਓਕੇ, ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ ਔਰ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਆਮੋ ਸਾਹਮਣੇ ਦੀਆਂ ਭੁਜਾਵਾਂ ਹਮੇਸ਼ਾ ਕੀ ਹੁੰਦੀਆਂ ਹਨ, ਬਰਾਬਰ ਹੁੰਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਿ ਜਿਹੜੇ ਨੇੜਲੇ ਕੋਣਾਂ ਦਾ ਜੋੜ ਹੈ ਉਹ 180 ਡਿਗਰੀ ਦੇ ਬਰਾਬਰ ਹੁੰਦਾ ਹੈ, ਯਾਨੀ ਕਿ ਜੇ ਮੈਂ ਪੀ ਤੇ ਕਿਊ ਦਾ ਜੋੜ ਕਵਾਂ, ਠੀਕ ਹੈ, ਨੇੜਲੇ ਕੋਣ ਯਾਨੀ ਕਿ ਲਾਗਵੇਂ ਕੋਣ, ਇਹਨਾਂ ਦਾ ਜੋੜ ਜਿਹੜਾ ਹੈ ਉਹ 180 ਡਿਗਰੀ ਦੇ ਬਰਾਬਰ ਹੋਵੇਗਾ। ਔਰ ਇਹਦੇ ਵਿਕਰਨ ਹਨ, ਵਿਕਰਨ ਇੱਕ ਦੂਜੇ ਨੂੰ ਸਮ ਤੋਂ ਭਾਜਿਤ ਕਰਦੇ ਹਨ, ਮਤਲਬ ਕਿ ਜੇਕਰ ਆ ਓ ਕਿਊ ਜਿਹੜਾ ਹੈ, ਠੀਕ ਹੈ, ਓ ਕਿਊ ਦੀ ਵੈਲਿਊ ਜਿਹੜੀ ਹੈ ਉਹ ਓ ਐਸ ਦੇ ਬਰਾਬਰ ਹੋਏਗੀ। ਸਿਮਿਲਰਲੀ ਪੀ ਓ ਜਿਹੜਾ ਹੈ ਉਹ ਕਿਹਦੇ ਬਰਾਬਰ ਹੋਏਗਾ, ਉਹ ਵਿੱਚੋਂ ਓ ਆਰ ਦੇ ਬਰਾਬਰ ਹੋਏਗਾ। ਠੀਕ ਹੈ, ਪੀ ਓ ਮਤਲਬ ਕਿ ਓ ਪੀ ਇਹ ਵਾਲੀ ਵੈਲਿਊ ਔਰ ਓ ਆਰ ਜਿਹੜਾ ਹੈ ਉਹ ਇਹ ਹੋਏਗਾ। ਓਕੇ, ਦੋਨੋਂ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਮਤਲਬ ਕਿ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹਨ ਜਾਂ ਦੋ ਭਾਗ ਕਰਦੇ ਹਨ ਤੇ ਮੱਧ ਬਿੰਦੂ ਤੇ ਉਹ ਉਹਨਾਂ ਨੂੰ ਕੱਟਦੇ ਹਨ। ਤੇ ਵਿੱਚੋਂ ਸਮਾਂਤਰ ਭੁਜਾਵਾਂ ਦੀਆਂ ਹੋਰ ਕਿਹੜੀਆਂ ਉਦਾਹਰਨਾਂ ਨੇ, ਆਇਤ, ਵਰਗ, ਰੋਮਬਸ, ਠੀਕ ਹੈ, ਇਹ ਸਾਰੇ ਇਸ ਵਿੱਚ ਸ਼ਾਮਲ ਹੁੰਦੇ ਹਨ। ਤੇ ਵਿੱਚੋਂ ਇਹਨਾਂ ਸਾਰਿਆਂ ਦੇ ਵਿੱਚੋਂ ਸਮਾਂਤਰ ਚਤੁਰਭੁਜ ਦੇ ਜਿਹੜੇ ਗੁਣ ਹਨ ਉਹ ਇਹਨਾਂ ਸਾਰਿਆਂ ਦੇ ਵਿੱਚ ਹੁੰਦੇ ਹਨ। ਓਕੇ, ਤੇ ਜੇਕਰ ਤੁਹਾਡਾ ਇੰਗਲਿਸ਼ ਮੀਡੀਅਮ ਹੈ ਉਹਨਾਂ ਬੱਚਿਆਂ ਨੇ ਸਾਰਾ ਜਿਹੜਾ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਜੋ ਮੈਂ ਬੋਲਿਆ ਉਹੀ ਸਾਰਾ ਇੱਥੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਹੈਗਾ ਹੈ। ਓਕੇ, ਉਸ ਤੋਂ ਬਾਅਦ ਵਿੱਚੋਂ ਹੁਣ ਅਸੀਂ ਕਰਨ ਜਾ ਰਹੇ ਹਾਂ ਐਕਸਰਸਾਈਜ਼ ਨੰਬਰ 3.1। ਤੋਂ ਇਸ ਵਿੱਚ ਸਭ ਤੋਂ ਪਹਿਲਾ ਜਿਹੜਾ ਸਮ ਹੈ ਉਹ ਹੈ ਕਿ two adjacent sides of parallelogram are, ਸਾਡੇ ਕੋਲ ਇੱਕ ਪੈਰਲੋਗ੍ਰਾਮ ਹੈ, ਠੀਕ ਹੈ, ਸਾਡੇ ਕੋਲ ਇੱਕ ਪੈਰਲੋਗ੍ਰਾਮ ਹੈ ਔਰ ਇਸ ਪੈਰਲੋਗ੍ਰਾਮ ਦੀਆਂ adjacent ਸਾਈਡ ਜਿਹੜੀਆਂ ਨੇ ਉਹ ਕੀ ਆ, ਉਹ ਦਿੱਤੀਆਂ ਹੋਈਆਂ ਨੇ। ਯਾਨੀ ਕਿ ਮੰਨ ਲਓ ਇਹਦੇ ਵਿੱਚ ਸਾਡੇ ਕੋਲ ਇੱਕ ਪੈਰਲੋਗ੍ਰਾਮ ਹੈ ਜਿਸ ਵਿੱਚ ਇਹ ਤੁਸੀਂ ਨਾਲ ਬਣਾਉਣੀ ਹੈ, ਠੀਕ ਹੈ, ਸਿੱਧਾ ਸਵਾਲ ਨਹੀਂ ਕਰਨਾ। ਇਹ 6 ਸੈਂਟੀਮੀਟਰ ਹੈ ਔਰ ਇਹ ਵੀ ਮੰਨ ਲਓ 6 ਸੈਂਟੀਮੀਟਰ ਹੈ ਔਰ ਇਹ ਵਿੱਚੋਂ ਮੰਨ ਲਓ ਇੱਥੇ 8 ਸੈਂਟੀਮੀਟਰ ਹੈ ਔਰ ਇਹ ਵੀ ਕਿੰਨੀ ਹੈ, 8 ਸੈਂਟੀਮੀਟਰ। तो इसका तुसी पैरीमीटर फाइंड आउट करना है, मीनस परिमाप फाइंड आउट करना है। ठीक है, तो परिमाप नू फाइंड आउट करन दा तरीका की है, देखो परिमाप दा मतलब हुंदा है, परिमाप मीनस पैरीमीटर। ठीक है, ते पैरीमीटर हुंदा है बच्चों सम ऑफ ऑल साइड्स, सम ऑफ ऑल साइड्स। ओके, तो ਇਹਦੇ ਵਿੱਚ ਤੁਸੀਂ ਕੀ ਕਰੋਗੇ, ਇਹਦੇ ਵਿੱਚ ਦੋ ਤਿੰਨ ਤਰੀਕੇ ਹਨ, ਜਾਂ ਤਾਂ ਤੁਸੀਂ ਸਾਰਿਆਂ ਨੂੰ ਇਦਾਂ ਹੀ ਐਡ ਕਰ ਦਿਓ ਜਾਂ ਤੁਹਾਨੂੰ ਪਤਾ ਹੈ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ठीक है, तो इस विच तुसी की करोगे 8 जमा 6, ठीक है, करके और 2 नाल इहदी गुणा कर दूंगे तो 2 गुणा 14 कितना आ गया बराबर 28 सेंटीमीटर इहदा आंसर हो जाएगा। ठीक है, तो डायरैक्ट इहदा आंसर जिहड़ा है 28 सेंटीमीटर होवेगा। ठीक है, तो ये पहला सम हैगा, इहनूं विचों तुसी इसे तरह ही करना हैगा। नैक्सट साडा सम है गिवन फिगर दित्ती हुई है, इहदे विच बच्चों तुसी प्रॉपर्टीज ऑफ पैरेललोग्राम नूं लगांदे होए ਜਿਹੜੀ ਪੈਰਲੋਗ੍ਰਾਮ ਹੈ ਯਾਨੀ ਕਿ ਸਮਾਂਤਰ ਚਤੁਰਭੁਜ ਹੈ ਪੀ ਕਿਊ ਆਰ ਐਸ ਹੈ, तो ਇਹਦੇ ਵਿੱਚ ਆ ਦਿੱਤੀਆਂ ਹੋਈਆਂ ਵੈਲਿਊਜ਼ ਨੂੰ ਤੁਸੀਂ ਕੀ ਕਰਨਾ ਹੈ, ਇੱਥੇ ਬੱਚੋ ਇਹਨਾਂ ਦਿੱਤੀਆਂ ਹੋਈਆਂ ਵੈਲਿਊਜ਼ ਲਈ ਜਿਹੜੀ ਫਿਲਅਪਸ ਹੈ ਉਹ ਫਿਲਅਪ ਕਰਨੀਆਂ ਹਨ। तो ਪੀ ਕਿਊ ਸਾਈਡ ਕਿਹੜੀ ਹੋਈ, ਇਹ, ਠੀਕ ਹੈ, ਇਹ ਕਿਹਦੇ ਸਮਾਂਤਰ ਹੋਏਗੀ, ਕਿਉਂਕਿ ਸਮਾਂਤਰ ਚਤੁਰਭੁਜ ਹੈ
ਇਹ RS ਦੇ ਸਮਾਂਤਰ ਹੈ ਤੇ ਇਹਦੇ ਬਰਾबर भी है। तो इस करके बच्चों इत्थे RS ਜਿਹੜੀ ਹੈ आंसर वैल्यू ਤੁਸੀਂ लिख देनी है, यानी कि PQ ਜਿਹੜਾ ਹੈ RS ਦੇ इक्वल होएगा। QR ਦੇ ਸਮਾਂਤਰ PS है और समांतर ਭੁਜਾਵਾਂ ਜਿਹੜੀਆਂ ਨੇ ਉਹ ਹਮੇਸ਼ਾ ਬਰਾਬਰ ਹੁੰਦੀਆਂ ਨੇ ਪੈਰਲੋਗ੍ਰਾਮ ਚ, ਇਸ ਕਰਕੇ ਇੱਥੇ PS ਆ ਜਾਏਗਾ। ਸਨਮੁਖ ਕੋਣ, ਦੇਖੋ ਸਨਮੁਖ ਕੋਣ P ਕੋਣ ਜਿਹੜਾ ਹੈ ਉਹ R ਕੋਣ ਦੇ ਬਰਾबर ਹੋਏਗਾ, ठीक है। तो ये सन्मुख कोण ਜਿਹੜੇ ਨੇ ਬਰਾबर ਹੁੰਦੇ ਨੇ, ਇੱਥੇ ਆ ਜਾਏਗਾ R। S ਕੋਣ ਕਿਹੜਾ ਹੈ, ਇਹ ਵਿੱਚੋਂ S ਕੋਣ ਹੈ, ठीक है। S ਕੋਣ ਜਿਹੜਾ ਹੈ ਉਹ Q ਕੋਣ ਦੇ ਬਰਾबर ਹੋਏਗਾ, तो ਇਹਦਾ ਮਤਲਬ ਇੱਥੇ ਆ ਜਾਏਗਾ एंगल Q। ਤੇ P एंगल ਤੇ Q एंगल ਦਾ ਸਮ, ਕਿਉਂਕਿ ਇਹ ਕੀ ਹੈ ਲਾਗਮੇ ਕੋਣ, ਲਾਗਮੇ ਕੋਣਾਂ ਦਾ ਜੋੜ ਜਿਹੜਾ ਹੈ ਮੈਂ ਦੱਸਿਆ ਸੀ ਤੁਹਾਨੂੰ ਸਟਾਰਟਿੰਗ 'ਚ 180 ਡਿਗਰੀ ਹੁੰਦਾ ਹੈ, ਠੀਕ ਹੈ। ਇਹਦੇ ਵਿੱਚੋਂ R ਤੇ S ਦਾ ਜਿਹੜਾ ਸਮ ਹੈ ਉਹ ਵੀ 180 ਡਿਗਰੀ ਹੋਵੇਗਾ। ਸੋ ਇਹ ਤੁਹਾਡਾ ਸੈਕਿੰਡ ਸਮ ਜਿਹੜਾ ਹੈ ਹੋ ਚੁੱਕਾ ਹੈ, ਓਕੇ। ਉਸ ਤੋਂ ਬਾਅਦ ਨੈਕਸਟ ਹੈਗਾ ਫਾਈਂਡ ਦੀ ਵੈਲਿਊ ਆਫ x ਐਂਡ y ਇਨ ਦੀ ਫੋਲੋਇੰਗ ਪੈਰਲੋਗ੍ਰਾਮ। ਦਿੱਤੀਆਂ ਹੋਈਆਂ ਸਮਾਂਤਰ ਚਤੁਰਭੁਜਾਵਾਂ ਵਿੱਚ x ਕੋਣ ਤੇ y ਕੋਣ ਪਤਾ ਕਰੋ, ठीक है। x ਕੋਣ ਨਹੀਂ ਹੈ, ਸੌਰੀ ਇਹ ਭੁਜਾਵਾਂ ਹਨ, ਮਤਲਬ ਕਿ ਇਹਦੇ ਵਿੱਚ x ਤੇ y ਦਾ ਮੁੱਲ ਪਤਾ ਕਰਨਾ ਹੈ, ਨੋਟ ਇਹ ਇੱਥੇ ਕੋਣ ਨਹੀਂ ਹਨ, ਇਹ ਭੁਜਾਵਾਂ ਦੀ ਜੋ ਤੁਹਾਨੂੰ ਭੁਜਾਵਾਂ ਦਿੱਤੀਆਂ ਨੇ ਉਹਨਾਂ ਤੋਂ ਤੁਸੀਂ x ਤੇ y ਦਾ ਮੁੱਲ ਜਿਹੜਾ ਪਤਾ ਕਰਨਾ। ਇੱਥੇ ਪ੍ਰੋਪਰਟੀ ਅਸੀਂ ਉਹੀ ਲਗਾਵਾਂਗੇ ਕਿ ਇਹਦੇ ਵਿੱਚ ਮੰਨ ਲਓ ਇਹ P ਹੈ, ਇਹ Q ਹੈ, ਇਹ R ਹੈ ਔਰ S ਹੈ, ठीक है। तो ਸਭ ਤੋਂ ਪਹਿਲਾਂ ਤੁਸੀਂ ਇਹੀ ਲਿਖੋਗੇ ਕਿ ਹੇਅਰ PS ਜਿਹੜਾ ਹੈ ਉਹ QR ਦੇ ਬਰਾਬਰ ਹੋਏਗਾ। PS QR ਦੇ ਬਰਾਬਰ ਕਿਉਂ ਹੋਏਗਾ, ਉਹਦਾ ਰੀਜ਼ਨ ਜ਼ਰੂਰ ਲਿਖਣਾ ਹੈ ਕਿ ਸਮਾਂਤਰ, ਇੱਥੇ ਤੁਸੀਂ ਲਿਖਣਾ ਹੈ ਸਮਾਂਤਰ ਚਤੁਰਭੁਜ ਦੇ ਸਨਮੁਖ ਦੀਆਂ ਸਨਮੁਖ ਭੁਜਾਵਾਂ, ठीक है, ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ, ਮਤਲਬ opposite sides of a parallelogram are equal, ਕਿ opposite ਸਾਈਡ ਜਿਹੜੀਆਂ ਨੇ ਉਹ ਇਕੁਅਲ ਹੁੰਦੀਆਂ ਨੇ। ਤਾਂ ਇੱਥੇ opposite ਸਾਈਡ ਦੇ ਵਿੱਚ ਦੇਖੋ PS ਦਾ ਮੁੱਲ ਹੈ 5x ਔਰ QR ਦੀ ਵੈਲਿਊ ਹੈ 15, तो that means उतो x ਦੀ वैल्यू कितनी आ गई 15/5 इक्वल टू कितना आ गया बच्चों 5×15, तो ਇਹਦਾ मतलब x ਦੀ वैल्यू इथों 3 ਤੁਹਾਨੂੰ ਮਿਲ ਗਈ ਹੈ, ओके। तो इसी तरह ही बच्चों ਇਹਦੇ ਵਿੱਚ 4y है, ठीक है, यानी कि PQ है, PQ ਜਿਹੜਾ ਹੈ ਉਹ SR ਦੇ ਬਰਾबर ਹੋਏਗਾ ਤੇ PQ ਦੀ ਵੈਲਿਊ 16 ਆ ਗਈ, SR ਹੈਗਾ 4y, तो इथों y ਦੀ ਵੈਲਿਊ 16/4 बराबर 4 आ गया, तो y ਦਾ ਮੁੱਲ ਜਿਹੜਾ ਹੈ ਉਹ 4 ਦੇ ਬਰਾबर ਆਏਗਾ, ओके। सो इस तरह ਵਿੱਚੋਂ ਤੁਹਾਡਾ ਪਹਿਲਾ ਪਾਰਟ ਜਿਹੜਾ ਇਹ ਸਮ ਦਾ ਹੋ ਗਿਆ। ਅਗਲੇ ਦੇ ਵਿੱਚ ਅਗੇਨ ਅਗਲੇ ਦੇ ਵਿੱਚ ਇਹਨੂੰ ਤੁਸੀਂ ਇਦਾਂ ਕਰੋ, P ਮੰਨ ਲਓ, ਇਹਨੂੰ Q ਮੰਨ ਲਓ, ਇਹ R ਮੰਨ ਲਓ ਔਰ ਇਹ S ਮੰਨ ਲਓ, ਜਿੱਦਾਂ ਪਹਿਲਾਂ ਇਹਦੇ ਵਿੱਚ ਪੁਆਇੰਟ ਲਿਖੇ ਨੇ, ਠੀਕ ਹੈ। तो ਇਹਦੇ ਵਿੱਚ ਅਗੇਨ ਸੇਮ ਤਰੀਕੇ ਨਾਲ ਤੁਸੀਂ PS ਜਿਹੜਾ ਹੈ ਉਹ QR ਦੇ ਬਰਾबर ਕਰ ਦੇਣਾ, ਠੀਕ ਹੈ। ਤੇ ਨਾਲ ਲਿਖਣਾ ਜ਼ਰੂਰ ਹੈ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ, ਠੀਕ ਹੈ। तो ਇਹਦੇ ਵਿੱਚ PS ਦੀ ਵੈਲਿਊ ਵਿੱਚੋਂ 3x + 5 = 14, ਜੋ ਮੈਂ ਬੋਲਿਆ ਹੈ ਉਹ ਜ਼ਰੂਰ ਲਿਖਣਾ ਹੈ ਕਿ ਸਮਾਂਤਰ ਚਤੁਰਭੁਜਾਵਾਂ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ, ਮਤਲਬ ਸਮ ਆਫ ਦੀ the opposite sides of a parallelogram are equal, ठीक है। तो ਇਹਦੇ ਵਿੱਚ 14 - 5 ਕਿੰਨਾ ਆ ਗਿਆ ਬੱਚੋਂ 9, 3x, x ਦੀ ਵੈਲਿਊ 9/3 = 3 ਆ ਗਿਆ, तो x ਦਾ ਮੁੱਲ ਵਿੱਚੋਂ ਇੱਥੋਂ ਤੁਹਾਨੂੰ 3 ਪ੍ਰਾਪਤ ਹੋਇਆ ਹੈ। ਸਿਮਿਲਰਲੀ ਹੁਣ ਤੁਸੀਂ ਇਹਦੇ ਵਿੱਚ PQ ਜਿਹੜਾ ਹੈ ਉਹ SR ਦੇ ਬਰਾबर ਕਰੋਗੇ, तो PQ 7 ਆ ਗਿਆ, ਇੱਥੇ 2y - 3 ਆ ਗਿਆ, तो 2y 7 + 3 = ਕਿੰਨਾ ਆ ਗਿਆ 10, तो इथों y ਦਾ ਮੁੱਲ ਜਿਹੜਾ ਹੈ ਉਹ 5 ਆਏਗਾ, 5 दूनी 10 ਹੁੰਦੇ ਹਨ। तो ਇਹ ਤੁਹਾਡੇ ਦੋਨੋਂ ਸਵਾਲ ਜਿਹੜੇ ਨੇ ਹੋ ਚੁੱਕੇ ਨੇ। ਥੈਂਕ ਯੂ ਵੈਰੀ ਮੱਚ। ਅਗਲਾ ਸਮ ਅਸੀਂ ਹੁਣ ਕਰਨ ਜਾ ਰਹੇ ਹਾਂ। ਅਗਲਾ ਸਮ ਹੈ adjacent angles of a parallelogram are in ratio। देखो adjacent angle ਦੀ ਗੱਲ ਹੋਈ ਹੈ, ਪਹਿਲਾਂ ਫਿਗਰ ਹੁੰਦੀ ਹੈ, ਠੀਕ ਹੈ। ਕਦੀ ਵੀ ਇਦਾਂ ਦੇ ਸਵਾਲ ਸਿੱਧੇ ਨਹੀਂ ਕਰਨੇ ਕਿਸੇ ਵੀ ਬੱਚੇ ਨੇ, ਪਹਿਲਾਂ ਇਹਦੇ ਵਿੱਚ ਫਿਗਰ ਬਣਾਉਣੀ ਹੈ। ਬਿਨਾਂ ਫਿਗਰ ਤੋਂ ਅਗਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਕਲੈਰਿਟੀ ਕਦੀ ਵੀ ਨਹੀਂ ਹੋਏਗੀ। ਇਹਦੇ ਵਿੱਚ ਫਿਗਰ ਤੁਸੀਂ PQRS ਹੀ ਚਲਾਈ ਜਾਓ, ਭਾਵੇਂ ਬਾਕੀ ਹੋਰ ਵੀ ਨਾਮ ਲਿਖ ਸਕਦੇ ਹੋ, ABCD ਵੀ ਲਿਖ ਸਕਦੇ ਹੋ, ਠੀਕ ਹੈ। तो ਇਹਦੇ ਵਿੱਚ देखो की क्या है एडजेसेंट, यानी कि लागमे कोण। एडजेसेंट का मतलब की है बच्चों, एक आ P एंगल मान लो और एक Q एंगल मान लो, इन्हां दा अनुपात दिता P अनुपात Q, ठीक है। तो ये अनुपात दिता कितना है 4:5, अनुपात का मतलब होता है रेशो, ठीक है। तो ਇਹਦਾ मतलब की है अनुपात देखो P/Q, एंगल Q P/Q यानी कि 4/5। ਇਹ ਦੇਖੋ ਜਿਹੜਾ 4/5 ਹੈ ਬੱਚੋ, ਇਹ ਲੋਐਸਟ ਵੈਲਿਊ ਹੈ ਇਹਦੀ, ਕੀ ਹੈ
ਲੋਐਸਟ ਵੈਲਿਊ यानी कि smallest fraction है, ठीक है। ਤੇ ਤੁਹਾਨੂੰ ਪਤਾ ਹੈ ਇੱਥੇ ਇਹਦੀਆਂ ਇਕੁਇਵਲੈਂਟ ਫ੍ਰੈਕਸ਼ਨ ਵੀ ਹੋ ਸਕਦੀਆਂ ਨੇ, ਇਸ ਕਰਕੇ ਅਸੀਂ ਇਹਨੂੰ 4x ਮੰਨਦੇ ਹਾਂ ਔਰ ਇਹਨੂੰ 5x, x ਨਾਲ ਉੱਪਰ ਨੀਚੇ ਮਲਟੀਪਲਾਈ ਕਰ ਦਿੰਦੇ, x ਦਾ ਮੁੱਲ ਕੁਝ ਵੀ ਹੋ ਸਕਦਾ ਕਿਉਂਕਿ ਇਹ ਉਹਦੀ ਸਿੰਪਲੈਸਟ ਫਾਰਮ ਹੈ 4/5, ਠੀਕ ਹੈ, 4:5, ਓਕੇ। ਸੋ ਹੁਣ ਤੁਸੀਂ ਮਤਲਬ ਇਹਦੇ ਵਿੱਚ ਕੀ ਕੀਤਾ ਕਿ P ਐਂਗਲ ਜਿਹੜਾ ਹੈ ਮੰਨ ਲਿਆ ਕਿ let P is 4x and Q is 5x ਅਕੋਰਡਿੰਗ ਟੂ ਕੁਐਸਚਨ। ਇੱਥੇ ਤੁਸੀਂ ਲਿਖਣਾ ਪ੍ਰਸ਼ਨ ਮੁਤਾਬਕ ਜਿਹੜੇ ਲਾਗਮੇ ਕੋਣਾਂ ਦਾ ਜੋੜ ਤੁਹਾਨੂੰ ਪਤਾ ਹੈ ਉਹ ਕਿੰਨਾ ਹੁੰਦਾ ਹੈ, ਉਹ ਵਿੱਚੋਂ ਤੁਹਾਨੂੰ ਪਤਾ 180 ਹੁੰਦਾ ਹੈ। ਇਹਦਾ ਮਤਲਬ ਕੰਡੀਸ਼ਨ ਹੋ ਗਈ ਅਸੀਂ ਜਾਣਦੇ ਹਾਂ, ਠੀਕ ਹੈ। ਇੱਥੇ ਜਾਣਦੇ ਤੁਸੀਂ ਲਿਖਣਾ we know that, ਠੀਕ ਹੈ, ਜਾਣਦੇ ਹਾਂ ਕਿ ਲਾਗਮੀ ਕੋਣਾਂ ਦਾ ਜੋੜ 180 ਦੇ ਬਰਾਬਰ ਹੁੰਦਾ ਹੈ। ਲਾਗਮੀ ਕੋਣਾਂ ਦਾ ਜੋੜ 180 ਦੇ ਬਰਾਬਰ ਹੁੰਦਾ ਹੈ ਤੇ 4x plus 5x equal to 180 ਤੇ ਵਿਦਿਆਰਥੀਓ ਇਹ 9x ਦੇ ਬਰਾਬਰ ਹੋ ਗਿਆ। 4x ਤੇ 5x ਤੁਹਾਨੂੰ ਪਤਾ ਹੈ ਦੋਨਾਂ ਦੇ ਵਿੱਚ x ਹੈਗਾ, ਦੋਨੋਂ ਸੇਮ ਟਰਮ ਆ, ਐਡ ਹੋ ਗਈਆਂ 180 तो x ਦੀ ਵੈਲਿਊ ਆ ਗਈ 180 divided by 9 that will be equal to 20। so this means ਇਥੋਂ x ਦਾ ਮੁੱਲ ਜਿਹੜਾ ਹੈ ਉਹ 20 ਆਇਆ ਹੈ। so that means ਇਥੋਂ p ਐਂਗਲ p ਕਿਹਦੇ ਬਰਾਬਰ ਆਇਆ ਜੋ ਕਿ 4x ਸੀ, ਹੁਣ x ਦਾ ਮੁੱਲ 20 ਇੱਥੇ ਭਰ ਦੇਣਾ तो 80 ਬਣ ਗਿਆ ਜੀ ਤੇ q ਕਿੰਨਾ ਆ ਗਿਆ 5x, 5 into 20 equal to 100 ਤੇ ਦੋਨਾਂ ਦਾ ਸਮ ਹੁਣ ਤੁਸੀਂ ਦੇਖ ਲਓ 100 plus 80 ਕਿੰਨਾ 180 ਬਣ ਗਿਆ ਨਾ, ठीक है। तो इट मीन्स P एंगल हुण साडा कितना होया, P एंगल साडा निकलिया जी 80 डिग्री और Q एंगल होया 100 डिग्री। ते सिमिलरली बच्चों ये सामने वाला कोण R जिहड़ा है ये भी 80 होएगा, ठीक है। सन्मुख कोण बराबर हुंदे हन और ये भी 100 डिग्री होएगा। आमो सामने दे कोण जिहड़े ने बराबर हुंदे हन समांतर चतुर्भुज विच हमेशा। क्लीयर टू ऑल। तो दो तीन प्रॉपर्टीज इहदे विच कवर करनियां, तुसीं इन्हां नूं छड्डना नहीं है। नैक्सट साडा सम है adjacent angles of a parallelogram are in ratio। adjacent angles similar question है आई थिंक, ठीक है। सेम तरीके नाल ही करना है कि दो लागमे कोणां दा अनुपात। तो ਇਹਦੇ ਵਿੱਚ ਵੀ ਤੁਸੀਂ ਫਿਗਰ ਲੈ ਲੈਣੀ, PQ ਹੀ ਲੈ ਲਓ ਚਾਹੇ ABCD ਵੀ ਲੈ ਸਕਦੇ ਹੋ, ਇਹ ਜ਼ਰੂਰ ਬਣਾਣੀ ਹੈ ਤਾਂ ਕਿ ਤੁਹਾਨੂੰ ਅੰਡਰਸਟੈਂਡਿੰਗ ਜ਼ਰੂਰ ਹੋਵੇ। ਇਹ ਨਹੀਂ ਕਿ ਕੱਲ ਨੂੰ ਤੁਹਾਨੂੰ ਪਤਾ ਹੀ ਨਾ ਹੋਵੇ ਵੀ ਆਪਾਂ ਕੀਤਾ ਕੀ ਹੈ। 3x ਤੇ ਇਹਦੇ ਵਿੱਚ ਆ 7x ਆ ਗਿਆ, ਠੀਕ ਹੈ। ਸਿਮਿਲਰਲੀ ਇਹਦੇ ਵਿੱਚ ਐਂਗਲ A ਜਿਹੜਾ ਹੈ ਮੰਨ ਲਓ कि एंगल A ਜਿਹੜਾ 3x है और B ਜਿਹੜਾ ਹੈ ਉਹ 7x है। ਦੋਨਾਂ ਦਾ ਜੋੜ ਅਸੀਂ ਜਾਣਦੇ ਹਾਂ ਲਾਗਮੇ ਕੋਣਾਂ ਦਾ ਜੋੜ ਜਿਹੜਾ ਹੈ 180 डिग्री ਹੁੰਦਾ है। तो 3x plus 7x 10x ਬਣ ਗਿਆ equal to 180 ਆ ਗਿਆ ਜੀ। तो इथों x ਦਾ ਮੁੱਲ 0 ਨਾਲ 0 ਕੱਟ ਦੋਗੇ तो 18 ਦੇ ਬਰਾਬਰ ਆਵੇਗਾ। that means एंगल A ਕਿਹਦੇ ਇਕੁਅਲ ਆ ਗਿਆ 3 into 18 18 ਤੇ ਕਿੰਨੇ ਹੋ ਗਿਆ 54, ठीक है। एंड एंगल B कितना आ जाएगा वो है बच्चों 7 into 8 18 18 ਨੂੰ 7 ਨਾਲ ਤੁਸੀਂ ਮਲਟੀਪਲਾਈ ਕੀਤਾ ਤਾਂ ਇਹ 126 ਆ ਗਿਆ। ਉਦਾਂ ਵੀ 180 ਚੋਂ ਮਾਈਨਸ ਕਰ ਦੋ 54 ਤੇ 126 ਹੀ ਮਿਲਣਾ ਹੈ ਤੇ ਦੋਨਾਂ ਦਾ ਜੋੜ ਜਿਹੜਾ ਹੈ ਉਹ ਸਾਨੂੰ ਮਿਲ ਚੁੱਕਾ ਹੈ। ਤੇ ਇਸ ਦੇ ਵਿੱਚ ਹੁਣ ਸਾਰੇ ਕੋਣ ਪੁੱਛਿਆ ਨੇ, ਸਾਰੇ ਕੋਣ ਦਾ ਮਤਲਬ ਇੱਥੇ ਬੱਚੋਂ ਐਂਗਲ C ਜਿਹੜਾ ਹੈ ਉਹ ਐਂਗਲ A ਦੇ ਬਰਾਬਰ ਹੋਏਗਾ। ਕਿਉਂ ਬਰਾਬਰ ਹੋਏਗਾ ਤੁਹਾਨੂੰ ਮੈਂ ਦੱਸਿਆ ਸੀ ਕਿ ਇਹਦੇ ਵਿੱਚ ਜਿਹੜੇ ਆਮੋ ਸਾਹਮਣੇ ਦੇ ਕੋਣ ਨੇ ਉਹ ਬਰਾਬਰ ਹੁੰਦੇ ਨੇ, ਯਾਨੀ ਕਿ ਸਨਮੁਖ, ਪੰਜਾਬੀ ਚ ਤੁਸੀਂ ਸਨਮੁਖ ਕੋਣ ਸਮਾਂਤਰ ਚਤੁਰਭੁਜ ਵਿੱਚ ਬਰਾਬਰ ਹੁੰਦੇ ਹਨ। तो एंगल AC ਦੇ ਬਰਾਬਰ ਹੋਏਗਾ। तो ਇਹ ਆ ਗਿਆ ਬੱਚੋ 54 डिग्री ਤੇ ਐਂਗਲ D ਜਿਹੜਾ ਹੈ ਉਹ ਐਂਗਲ B ਦੇ ਬਰਾਬਰ ਹੋਏਗਾ ਜੋ ਕਿ 126 डिग्री ਤੁਹਾਨੂੰ ਪ੍ਰਾਪਤ ਹੋਇਆ ਹੈ। ਨਾਲ ਡਿਗਰੀਆਂ ਜ਼ਰੂਰ ਪਾਉਣੀਆਂ ਨੇ, ਇੱਥੇ ਡਿਗਰੀ ਨਹੀਂ ਪਾਣੀ x ਦੇ ਨਾਲ ਕਿਉਂਕਿ x ਦਾ ਮੁੱਲ ਹੈ, ਓਕੇ, ਤੇ ਐਂਗਲ ਜਿਹੜੇ ਨੇ ਉਹ ਡਿਗਰੀ ਦੇ ਵਿੱਚ ਹੁੰਦੇ ਹਨ, ठीक है। x एक मुल हैगा, ओके जी। नैक्सट साडा 6th सम है पैरेललोग्राम WXYZ। ਇਹਦੇ ਵਿੱਚ एंगल Y ਜਿਹੜਾ ਹੈ ਉਹ ਤੁਹਾਨੂੰ ਦਿੱਤਾ ਹੈ ਕਿੰਨਾ 80 डिग्री, कितना ਦਿੱਤਾ ਹੈ ਵਿੱਚੋਂ 80 डिग्री ਦਿੱਤਾ ਹੈ। फाइंड दी मेयर ऑफ ऑल एंगल्स। तो ਇਹਦੇ ਵਿੱਚ ਕੋਈ ਔਖਾ ਕੰਮ ਤਾਂ ਹੈ ਨਹੀਂ। ਦੇਖੋ एंगल Y ਜਿਹੜਾ ਹੈ एंगल W ਦੇ ਬਰਾਬਰ ਹੋਏਗਾ। ਤੁਸੀਂ ਵੈਸੇ ਇਦਾਂ ਲਿਖਣਾ ਹੈ कि एंगल W is equal to एंगल Y ਇਹ ਕਿਹਦੇ ਬਰਾਬਰ ਆ ਗਿਆ ਜੀ 180 डिग्री। ਇੱਥੇ ਲਿਖਣਾ ਕੀ ਹੈ ਸਨਮੁਖ ਕੋਣ ਬਰਾਬਰ ਹੁੰਦੇ ਹਨ, ਸਨਮੁਖ ਕੋਣ ਬਰਾਬਰ ਹੁੰਦੇ ਹਨ ਮੀਨਸ ਕਿਹਦੇ ਸਮਾਂਤਰ ਚਤੁਰਭੁਜ ਦੇ, ठीक है। मतलब ऑपोजिट एंगल्स आर इक्वल। इंग्लिश मीडियम वाले बच्चे की लिखणगे ऑपोजिट एंगल्स आर इक्वल ऑफ पैरेललोग्राम, ओके। ऑफ पैरेललोग्राम इत्थे सारा तुसीं नाल लिख लेना है। अगेन
एंगल वाई और एंगल Z ਇਹਦਾ ਜੋੜ ਵਿੱਚੋਂ 180 ਡਿਗਰੀ ਆਏਗਾ। ਇਹ ਕੀ ਹੁੰਦੇ ਨੇ ਲਾਗਵੇਂ ਕੋਣਾਂ ਦਾ ਜੋੜ, ਜੋ ਆਪਾਂ ਪੰਜਵਾਂ ਸਵਾਲ ਕੀਤਾ ਹੈ ਉਹੀ ਸੇਮ ਹੈ। ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਸੋ ਦੈਟ ਮੀਨਸ ਇਥੋਂ Z ਦੀ ਵੈਲਿਊ ਕਿੰਨੀ ਆ ਗਈ 180 ਮਾਈਨਸ एंगल y ਦਾ ਮੁੱਲ ਕਿੰਨਾ ਹੈ ਬੱਚੋ, एंगल y ਦਾ ਮੁੱਲ ਹੈ 80, तो ਇਹ ਆ ਗਿਆ 100 ਡਿਗਰੀ। ਓਕੇ 100 ਡਿਗਰੀ ਬਣ ਗਿਆ। तो ਇਹਦੇ ਵਿੱਚ ਹੁਣ एंगल x ਜਿਹੜਾ ਹੈ एंगल Z ਦੇ ਬਰਾਬਰ ਹੋਏਗਾ, ਉਹ ਵੀ 100 ਡਿਗਰੀ ਹੀ ਹੋਵੇਗਾ, ਉਹ ਵੀ 100 ਡਿਗਰੀ ਹੀ ਹੋਵੇਗਾ। ਓਕੇ तो ਇਹ 6ਵਾਂ ਸਵਾਲ ਤੁਹਾਡਾ ਕਵਰ ਹੋ ਚੁੱਕਾ ਹੈ। ਅਗਲਾ ਬੱਚੋ ਸਮ 7ਵਾਂ 7th ਸਮ ਕੀ ਹੈ ਕਿ ਬੈਸਟ ਇੱਕ ਪੈਲੋਗ੍ਰਾਮ ਹੈ ਜਿਹਦੇ ਵਿੱਚ ਸਾਰੇ एंगल फाइंड करने ਆ। तो देखो ਹੁਣ एंगल मैं ਹੁਣ डायरेक्टली लिखਣ ਲੱਗਾ कि एंगल B ਜਿਹੜਾ ਹੈ ਉਹ एंगल S ਦੇ ਬਰਾਬਰ ਹੋਏਗਾ। तो S एंगल ਸਾਡੇ ਕੋਲ 105 ਡਿਗਰੀ ਆ ਗਿਆ। ਲਾਗਵੇਂ ਕੋਣ ਜਿਹੜੇ ਨੇ ਸੌਰੀ ਸਨਮੁਖ ਕੋਣ ਬਰਾਬਰ ਹੁੰਦੇ ਹਨ ਤੇ ਲਾਗਵੇਂ ਕੋਣ एंगल B ਤੇ E ਦਾ ਜੋੜ 180 ਡਿਗਰੀ ਹੋਏਗਾ। ਇੱਥੋਂ एंगल E ਜਿਹੜਾ ਹੈ ਉਹ ਕਿੰਨਾ ਆ ਗਿਆ 180 ਮਾਈਨਸ एंगल B, तो B ਦੀ ਵੈਲਿਊ 105 ਹੈ, ਦੋਨਾਂ ਨੂੰ ਮਾਈਨਸ ਕੀਤਾ ਤੇ ਤੁਹਾਨੂੰ ਮਿਲਿਆ 75। ਤੋਂ एंगल E ਜਿਹੜਾ ਹੈ 75 ਆ ਗਿਆ, ਜੋ ਕਿ एंगल T ਦੇ ਬਰਾਬਰ ਹੋਏਗਾ। ਇੱਥੇ ਲਿਖ ਲੈਣਾ ਸਨਮੁਖ ਕੋਣ ਬਰਾਬਰ ਹੁੰਦੇ ਹਨ। ਠੀਕ ਹੈ, ਕੀ ਲਿਖ ਲੈਣਾ ਸਨਮੁਖ ਕੋਣ ਯਾਨੀ ਕਿ opposite angles of a parallelogram are always equal। next question number 8 find x and y in the following figure। तो ਸਨਮੁਖ ਕੋਣ ਜਿਹੜੇ ਨੇ ਬਰਾਬਰ ਹੁੰਦੇ ਹਨ, ਇਹਦਾ ਮਤਲਬ ਇਹਦੇ ਵਿੱਚ here ਇੱਥੇ ਤੁਸੀਂ ਇਦਾਂ ਲਿਖ ਲੈਣਾ ਕਿ ਇੱਥੇ 5y ਜਿਹੜਾ ਹੈ ਉਹ 100 ਡਿਗਰੀ ਦੇ ਬਰਾਬਰ ਹੋਏਗਾ, ਯਾਨੀ ਕਿ ਸਨਮੁਖ ਕੋਣ ਬਰਾਬਰ ਹੁੰਦੇ ਹਨ। ਠੀਕ ਹੈ, ਇਹਦੇ ਪੈਰਲੋਗ੍ਰਾਮ ਦੇ ਨਾਲ ਲਿਖਣਾ ਵੀ ਹੈ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਜੇ ਜ਼ਿਆਦਾ ਨਹੀਂ ਵੀ ਲਿਖਣਾ, ਇਕੱਲਾ ਸਨਮੁਖ ਕੋਣ ਲਿਖ ਲਓ, ਬਰਾਬਰ ਲਿਖ ਦਿਓ, ਤਾਂ ਉਹ ਟੀਚਰ ਨੂੰ ਆਈਡੀਆ ਹੋ ਜਾਏਗਾ ਕਿ ਤੁਹਾਨੂੰ ਪਤਾ ਹੈ। 100 ਡਿਵਾਈਡ ਬਾਈ 5 ਇਹ ਆ ਗਿਆ ਬੱਚੋ 20, y ਦਾ ਮੁੱਲ ਜਿਹੜਾ ਹੈ 20 ਦੇ ਬਰਾਬਰ ਆਇਆ। x ਕਿੰਨਾ ਆਏਗਾ ਸਿਮਿਲਰਲੀ ਜਿਹੜਾ 4x ਹੈ ਉਹ 80 ਦੇ ਬਰਾਬਰ ਆਏਗਾ, ਤੇ x ਦਾ ਮੁੱਲ 80 ਡਿਵਾਈਡ ਬਾਈ 4 ਇਕੁਅਲ ਟੂ ਕਿੰਨਾ ਆ ਗਿਆ 20 ਆ ਗਿਆ। तो x ਦੀ ਵੈਲਿਊ ਜਿਹੜੀ ਹੈ ਉਹ 20 ਦੇ ਬਰਾਬਰ ਹੋਵੇਗੀ। ਓਕੇ ਠੀਕ ਹੈ, तो ਦੋਨਾਂ ਦੀ ਵੈਲਿਊ ਜਿਹੜੀ ਹੈ ਉਹ ਵਿੱਚੋਂ ਇੱਥੋਂ 20 ਹੀ ਆ ਰਹੀ ਹੈ। x ਦੀ ਵੈਲਿਊ ਵੀ 20 ਔਰ y ਦੀ ਵੈਲਿਊ ਵੀ ਕਿੰਨੀ ਹੈ ਬੱਚੋ, ਉਹ ਵੀ 20 ਹੀ ਪ੍ਰਾਪਤ ਸਾਨੂੰ ਹੋਈ ਹੈ। ਓਕੇ ਸਿਮਿਲਰਲੀ ਅਗਲਾ ਸਵਾਲ ਤੁਸੀਂ ਮੈਨੂੰ ਲੱਗਦਾ ਸਾਰੇ ਬੱਚੇ ਆਪ ਹੀ ਕਰ ਸਕਦੇ ਕਿ 120 ਜਿਹੜਾ ਹੈ ਉਹ 5y ਦੇ ਬਰਾਬਰ, ਅਗੇਨ ਸਨਮੁਖ ਕੋਣ ਬਰਾਬਰ ਹੁੰਦੇ ਹਨ, तो y ਜਿਹੜਾ ਹੈ ਉਹ ਕਿਹਦੇ ਬਰਾਬਰ ਆ ਗਿਆ 5y ਇਕੁਅਲ ਟੂ 120 ਹੈ, y ਇਕੁਅਲ ਟੂ 120 ਡਿਵਾਈਡ ਬਾਈ 5 ਕਰ ਦੇਣਾ ਹੈ। ਓਕੇ तो ਇੱਥੋਂ y ਦਾ ਮੁੱਲ ਜਿਹੜਾ ਹੈ ਉਹ ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ, ਡਿਵਾਈਡ ਕਰਨ ਦੇ ਵਿੱਚੋਂ ਤੁਹਾਨੂੰ 5 ਦੂਣੀ 10, ਠੀਕ ਹੈ 4 ਪੰਜਾ 20, 24 ਦੇ ਬਰਾਬਰ ਆਏਗਾ। ਠੀਕ ਹੈ, तो y ਦੀ ਵੈਲਿਊ ਆ ਗਈ, x ਦੀ ਵੈਲਿਊ 3x ਇਕੁਅਲ ਟੂ 60, तो x ਦੀ ਵੈਲਿਊ ਆ ਗਈ 20, x ਦੀ ਵੈਲਿਊ 20 ਮਿਲ ਚੁੱਕੀ ਹੈ। ਨੈਕਸਟ ਹੈਗਾ ਸਾਡੇ ਕੋਲ ਕੁਐਸਚਨ ਨੰਬਰ 9 ਪੈਲੋਗ੍ਰਾਮ ABCD, ਇਹਦੇ ਵਿੱਚ ਡਾਇਗਨਲ ਦਿੱਤੇ ਨੇ, ਠੀਕ ਹੈ, ਜਿਹੜੇ ਕਿ ਇੰਟਰਸੈਕਟ ਕਰ ਰਹੇ। ਠੀਕ ਹੈ, ਪਹਿਲਾਂ ਤੇ ਇਹਦੇ ਵਿੱਚ ਫਿਗਰ ਬਣਾਉਣੀ ਹੈ। ਫਸਟ ਆਫ ਆਲ ਯੂ ਹੈਵ ਟੂ ਮੇਕ ਦੀ ਫਿਗਰ, ਵਿਦਾਊਟ ਫਿਗਰ ਇਹ ਸਵਾਲ ਕਿਸੇ ਨੇ ਨਹੀਂ ਕਰਨੇ, ਫਿਗਰ ਨਾਲ ਬਣਾਉਣੀ ਹੈ। ਠੀਕ ਹੈ, ਤੇ ਇਹਦੇ ਵਿੱਚ ਵਿੱਚੋਂ ਅਸੀਂ A B C D ਇੱਕ ਫਿਗਰ ਬਣਾ ਲਈ। ਇਹਦੇ ਵਿੱਚ A ਤੇ C ਜਿਹੜੇ ਨੇ ਉਹ ਤੇ B ਤੇ D ਇੱਕ ਦੂਜੇ ਨੂੰ ਸਮਦੋਭਾਜਿਤ ਕਰ ਰਹੇ, ਕੱਟ ਰਹੇ ਨੇ ਕਿਸ ਪੁਆਇੰਟ ਤੇ, O ਪੁਆਇੰਟ ਤੇ। ਇਹਦੇ ਵਿੱਚ AC ਦੀ ਵੈਲਿਊ 12 ਦਿੱਤੀ ਹੈ। ਠੀਕ ਹੈ, AC ਕਿੰਨਾ ਦਿੱਤਾ ਹੈ 12। ਓਕੇ, ਤੇ BD ਕਿੰਨਾ ਦਿੱਤਾ ਹੈ, BD ਹੈਗਾ 16 ਸੈਂਟੀਮੀਟਰ। ਠੀਕ ਹੈ, ਤੁਹਾਨੂੰ ਪੁੱਛਿਆ ਕੀ ਹੈ OA ਫਾइंड आउट करो। देखो OA ਆ ਹੋ ਗਿਆ, ठीक है, और OD ਕਿਹੜਾ ਹੋ ਗਿਆ ਇਹ ਵਾਲਾ, ਇਹ OD ਹੈ ਜਿੱਥੇ ਮੈਂ ਲਾਈਨ ਲਗਾ ਰਿਹਾ। तो OA ਕਿਹਦੇ ਬਰਾਬਰ ਹੋਏਗਾ, ਤੁਹਾਨੂੰ ਪਤਾ ਹੈ ਕਿ ਜਿਹੜੇ ਵਿਕਰਨ ਹਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹਨ। तो AC ਦਾ डिवाइड बाय 2, AC कितना है देखो, AC ਦਾ ਹਾਫ ਕਰ ਦੇਣਾ, तो 12/2 बराबर आ गया 6, तो OA ਦਾ ਮੁੱਲ ਆ ਗਿਆ 6। ठीक है, OA ਕਿਹਦੇ ਬਰਾਬਰ ਆ ਗਿਆ 6 ਦੇ ਬਰਾਬਰ ਆ ਚੁੱਕਾ ਹੈ। ਸਿਮਿਲਰਲੀ ਅੱਗੇ ਅਸੀਂ ਕੱਢਾਂਗੇ OD ਕੱਢਣਾ ਹੈ। OD ਕਿਹਦੇ ਬਰਾਬਰ ਆਏਗਾ BD/2। ठीक है, तो BD ਕਿੰਨਾ ਹੈ ਬੱਚੋ 16/2 ਬਰਾਬਰ ਆ ਗਿਆ 8, तो OD ਦਾ ਮੁੱਲ ਜਿਹੜਾ ਹੈ 8 ਸੈਂਟੀਮੀਟਰ ਚ ਹੈ, तो आंसर भी ਸੈਂਟੀਮੀਟਰ ਹੀ ਲਿਖਣਾ ਹੈ। ਓਕੇ, तो ਇਹ ਸਵਾਲ 9th ਹੋ ਗਿਆ ਜੀ। ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਕੀ ਕਰਦੇ ਹਨ, ਇੱਥੇ ਨਾਲ ਲਿਖ ਲੈਣਾ ਕਿ ਆ ਸਾਰੀ ਲਾਈਨ ਲਿਖ ਲੈਣੀ ਕਿ ਵਿਕਰਨ ਇੱਕ ਦੂਸਰੇ ਨੂੰ
ਸਮਦੁਭਾਜਿਤ ਕਰਦੇ ਹਨ, ਠੀਕ ਹੈ, ਕੀ ਕਰਦੇ ਹਨ, ਸਮਦੁਭਾਜਿਤ, ਓਕੇ, ਕਰਦੇ ਹਨ, यानी कि बाइसेक्ट करते हैं, कित्थे कर रहा है, O पॉइंट ते। ਇਹਦਾ मतलब की हो गया कि OD ਜਿਹੜਾ ਹੈ ਉਹ OB ਦੇ ਬਰਾਬਰ ਹੋਏਗਾ और OA ਜਿਹੜਾ ਹੈ OA ਜਿਹੜਾ ਹੈ ਉਹ C ਦੇ ਬਰਾਬਰ ਹੋਏਗਾ, ਓਕੇ। ਨੈਕਸਟ ਸਾਡਾ ਸਮ ਹੈ 10th ਦੇ ਵਿੱਚ ਹੈਗਾ ਕਿ ਪੈਰਲੋਗ੍ਰਾਮ ਹੈ ਜਿਹਦੇ ਵਿੱਚ डायगोनल एक दूजे ਨੂੰ ਕੱਟ ਰਹੇ ਨੇ, ਠੀਕ ਹੈ, ਤਾਂ PR ਤੇ RS ਦੀ ਵੈਲਿਊ फाइंड आउट ਕਰਨੀ। ਤਾਂ ਇਹਦੇ ਵਿੱਚ ਵੀ ਪਹਿਲਾਂ ਫਿਗਰ ਬਣਾਣੀ ਹੈ, ਬਿਨਾ ਫਿਗਰ ਤੋਂ ਇਹ ਸਵਾਲ ਨਹੀਂ ਕਰਨੇ, ਜੇ ਫਿਗਰ ਤੋਂ ਬਿਨਾ ਕਰੋਗੇ ਤਾਂ ਫਿਰ ਉਹ ਕਲੈਰੀਫਾਈ ਨਹੀਂ ਹੋਏਗਾ, ਤੁਹਾਡਾ ਸਵਾਲ ਟੀਚਰ ਨੇ ਗਲਤ ਕਰ ਦੇਣਾ। तो PR ਜਿਹੜਾ ਹੈ ਇੱਕ डायगोनल ਹੈ, ਇਹਦਾ डायगोनल ਬਣਾ ਦਿਓ, ਇਹ ਵੀ डायगोनल ਦਾ मतलब विकर्ण, ठीक है, ਇਹ विकर्ण बन गए। तो आ O पॉइंट है, ਇੱਥੇ ਤੁਹਾਨੂੰ OP ਦੀ ਵੈਲਿਊ ਦਿੱਤੀ ਹੈ, ਕਿੰਨੀ ਦਿੱਤੀ ਹੈ ਜੀ 6 ਸੈਂਟੀਮੀਟਰ। ਇਹਦਾ ਆਪੋਜ਼ਿਟ ਹੋ ਗਿਆ ਜਿਹੜਾ ਆਪਾਂ ਪਿੱਛੇ ਕਰਕੇ ਆਏ, OS ਜਿਹੜਾ ਹੈ ਉਹ 7 ਸੈਂਟੀਮੀਟਰ। फाइंड ਕੀ ਕਰਨਾ ਤੁਸੀਂ PR, ਦੇਖੋ PR ਤੇ ਤੁਹਾਨੂੰ ਪਤਾ PR ਕਿਹਦੇ ਬਰਾਬਰ ਹੋਏਗਾ, ਡਬਲ ਆਫ OP, ठीक है, OP ਦਾ ਡਬਲ, तो डबल कर देना 6 दूनी 12, क्योंकि आ थोड़ी वैल्यू दी एक दूजे ਨੂੰ ਸਮਦੁਭਾਜੀ ਦਾ मतलब है जिन्नी वैल्यू ਇਹਦੀ ਆ, ठीक है, उन्नी ਇਹਦੀ वैल्यू होनी, जिन्नी वैल्यू आ उन्नी वैल्यू ਇਹਦੀ होनी, ठीक है। तो 6 दूनी 12 सेंटीमीटर ਇਹਦਾ आंसर आ गया। इदां ही QS ਤੁਹਾਨੂੰ ਪੁੱਛਿਆ ਹੈ, QS ਜਿਹੜਾ ਹੈ ਵਿਕਰਨ ਉਹ ਡਬਲ ਆਫ OS ਦੇ ਬਰਾਬਰ ਹੋਏਗਾ। OS ਦਾ ਮੁੱਲ ਤੁਹਾਨੂੰ 7 ਦਿੱਤਾ ਹੋਇਆ, तो ਇਹ ਬਣ ਗਿਆ 14। तो इत्थों ਤੁਹਾਨੂੰ ਇਹ ਵੀ क्लियर होया कि विकर्ण बराबर नहीं ਹੁੰਦੇ, एक 12 है एक 14 है, पर एक दूजे ਨੂੰ ਸਮਦੁਭਾਜਿਤ ਜ਼ਰੂਰ ਕਰਦੇ ਨੇ। ਸਮਦੁਭਾਜੀ ਦਾ मतलब है कि ਉਹਨਾਂ ਨੂੰ ਇਕੁਅਲੀ ਡਿਵਾਈਡ ਕਰਦੇ ਹਨ, ਠੀਕ ਹੈ, ਇਕੁਅਲੀ ਦੋ ਭਾਗਾਂ ਦੇ ਵਿੱਚ ਵੰਡਦੇ ਹਨ। 11th क्वेश्चन ਹੈਗਾ फाइंड x and y in the following parallelogram। तो x y ਕੱਢਣਾ ਤਾਂ ਸਮਦੁਭਾਜਿਤ ਕਰਦੇ ਹਨ, ਠੀਕ ਹੈ, ਇੱਕ ਦੂਜੇ ਨੂੰ। ਤਾਂ ਪਹਿਲੇ ਸਵਾਲ ਵਿੱਚ 2y ਬਰਾਬਰ 16 ਕਰ ਦੇਣਾ, y ਦਾ ਮੁੱਲ 16 ਵਟਾ 2 ਬਰਾਬਰ 8 ਆ ਗਿਆ, तो y ਦੀ ਵੈਲਿਊ ਕਿਹਦੇ ਬਰਾਬਰ ਆ ਗਈ ਜੀ 8 ਦੇ ਬਰਾबर। सिमिलरली 3x इक्वल टू 18, तो 18 डिवाइड बाय 3 इक्वल टू कितना आ गया 6 ती 18, तो इथों x का मुल आ गया जी 6, ठीक है। तो नाल जरूर लिखना है कि विकर्ण जिहड़े ने विकर्ण एक दूसरे नूं समदुभाजित करते हैं, बाइसैक्ट ईच अदर, इंग्लिश में आप लिख लेना डायगोनल्स बाइसैक्ट ईच अदर, ओके, बाइसैक्ट ईच अदर, क्लीयर जी। ਇਹਦੇ ਵਿੱਚੋਂ ਇਹ ਹੈਗਾ, ਇਹਦੇ ਵਿੱਚ ਵੀ 4y + 3 = 19, ਜਿਹੜੇ 3 ਹੈਗੇ ਨੇ ਇਹਨੂੰ ਦੂਸਰੀ ਸਾਈਡ ਲੈ ਜਾਓ, ਮਾਈਨਸ ਦੇ ਹੋ ਜਾਣੇ 16, 4 ਚੌਕੇ 16 ਹੁੰਦੇ ਸਾਰਿਆਂ ਨੂੰ ਪਤਾ, ਇਹਦਾ ਮਤਲਬ y ਦਾ ਮੁੱਲ 4 ਆ ਗਿਆ ਜੀ, ਠੀਕ ਹੈ। ਸਿਮਿਲਰਲੀ 5x - 1 = 24, ਜਦੋਂ -1 ਨੂੰ ਦੂਜੀ ਸਾਈਡ ਤੇ ਲੈ ਗਏ ਪਲੱਸ ਦੇ ਹੋ ਗਿਆ 25 ਬਣ ਗਿਆ, ਤੁਹਾਨੂੰ ਪਤਾ 5 5 ਕਿੰਨੇ ਹੁੰਦੇ ਨੇ 25, तो x ਦਾ ਮੁੱਲ ਕਿੰਨਾ ਆ ਗਿਆ 5 ਆ ਗਿਆ। दिस इज क्वेश्चन नंबर 11। नाउ ਅਗਲਾ ਹੈਗਾ ਬੱਚੋ 12th क्वेश्चन ਵਿੱਚ x y ਤੇ z ਦੀ ਵੈਲਿਊ ਜਿਹੜੀਆਂ ਨੇ ਫਾਈਂਡ ਆਊਟ ਕਰਨੀਆਂ ਫੋਲੋਇੰਗ ਫਿਗਰ ਦੇ ਵਿੱਚ। ਆਓ ਇਹ ਸਮ ਕਰਦੇ ਆ, ਇਹ ਮੈਂ ਇੱਥੇ ਹੀ ਕਰ ਦਿੰਦਾ। ਇਹਦੇ ਵਿੱਚ ਦੇਖੋ y ਦਾ ਮੁੱਲ ਸਿੱਧਾ ਹੀ ਵਿੱਚੋਂ 100 ਡਿਗਰੀ ਆ ਜਾਣਾ, ਓਕੇ, ਤੇ x ਦਾ ਮੁੱਲ ਜਿਹੜਾ ਹੈ ਉਹ ਕਿੱਦਾਂ ਕੱਢਣਾ, ਇਹਦੇ ਵਿੱਚ ਤੁਸੀਂ ਲਿਖਣਾ ਕਿ x ਤੇ y ਦਾ ਜੋੜ ਜਿਹੜਾ ਹੈ 180 ਦੇ ਬਰਾਬਰ ਆਊਗਾ, ਜਿੱਥੋਂ y ਤੁਹਾਨੂੰ ਪਤਾ y ਇੱਥੇ 100 ਡਿਗਰੀ ਆਇਆ, ਇਹਦਾ ਮਤਲਬ x ਕਿੰਨਾ ਆ ਗਿਆ 180 - 100 बराबर x माइनस 180 माइनस 100 ਜਿਹੜਾ ਹੈ 80 ਦੇ ਬਰਾਬਰ ਆਊਗਾ, ਠੀਕ ਹੈ। तो x ਦਾ ਮੁੱਲ ਇੱਥੇ ਆ ਗਿਆ ਜੀ ਕਿੰਨਾ 80, ਤੇ ਸਨਮੁਖ ਕੋਣ ਬਰਾਬਰ ਹੁੰਦੇ ਹਨ, ਇਹਦਾ ਮਤਲਬ z ਦਾ ਮੁੱਲ ਵੀ ਕਿੰਨਾ ਆ ਜਾਣਾ 80 ਆ ਜਾਣਾ। तो ਇੱਥੇ ਲਿਖਣਾ ਤੁਸੀਂ ਕਿ y 100 ਦੇ ਬਰਾਬਰ ਕਿਉਂ ਆਇਆ, ਸਨਮੁਖ ਕੋਣ ਬਰਾਬਰ ਹੁੰਦੇ ਹਨ। ਉਸ ਤੋਂ ਬਾਅਦ x ਜਮਾ y ਦਾ ਮੁੱਲ 180 ਕਿਉਂ ਹੈ, ਕਿਉਂਕਿ ਲਾਗਮੀ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਫਿਰ ਉਹ y ਦਾ x ਦਾ ਮੁੱਲ ਕੱਢਣਾ ਉੱਥੋਂ, ਠੀਕ ਹੈ, ਆ y ਸੀਗਾ। ਉਸ ਤੋਂ ਬਾਅਦ ਫਿਰ ਜਿਹੜਾ z ਹੈ ਉਹ x ਦੇ ਬਰਾਬਰ ਹੈ, ਕਿਉਂ ਹੈ, ਕਿਉਂਕਿ ਸਨਮੁਖ ਕੋਣ ਬਰਾਬਰ ਹੁੰਦੇ ਹਨ, ਠੀਕ ਹੈ, ਸਨਮੁਖ ਕੋਣ ਬਰਾਬਰ ਹੁੰਦੇ ਹਨ, ਓਕੇ ਜੀ। ਉਸ ਤੋਂ ਬਾਅਦ ਆ ਕੁਐਸਚਨ ਥੋੜਾ ਜਿਹਾ ਟ੍ਰਿਕੀ ਆ, ਇਹਨੂੰ ਕਰਨ ਦਾ ਤਰੀਕਾ ਕੀ ਆ। ਪਹਿਲੀ ਗੱਲ ਇਹਦੇ ਵਿੱਚ ਇਹ ਜਿਹੜਾ ਕੋਣ 105 ਹੈ, तो ਇਹਦਾ ਮਤਲਬ ਡਾਇਰੈਕਟ ਸਾਡੇ ਕੋਲ x ਦੀ ਵੈਲਿਊ 105 ਦੇ ਬਰਾਬਰ ਆ ਗਈ, ਸਨਮੁਖ ਕੋਣ ਬਰਾਬਰ ਹੁੰਦੇ ਹਨ, ਓਕੇ। ਉਸ ਤੋਂ ਬਾਅਦ x ਤੇ y ਦਾ ਮੁੱਲ ਜਾਂ y ਤੇ 105 ਦਾ ਮੁੱਲ ਜਿਹੜਾ ਹੈ, x ਤੇ y ਦਾ ਕਰ ਲਓ ਤੁਸੀਂ, x ਤੇ y ਦਾ ਮੁੱਲ ਜਿਹੜਾ ਹੈ 180 ਡਿਗਰੀ ਦੇ ਬਰਾਬਰ ਆਊਗਾ, ਜਿੱਥੋਂ y ਦਾ ਮੁੱਲ ਕਿੰਨਾ ਆਇਆ 180 ਮਾਈਨਸ x ਕਿੰਨਾ ਸੀ 105 ਕੱਢਿਆ ਤੁਸੀਂ, ਇਹਦਾ ਮਤਲਬ ਇਹ 75 ਆ ਗਿਆ, ਠੀਕ ਹੈ।
तो y ਦਾ ਮੁੱਲ ਜਿਹੜਾ ਹੈ ਉਹ 75 ਆਇਆ। तो y एंगल ये वाला 75 डिग्री 75 ही आया। तो आ भी बच्चों 75 है। ਹੁਣ ਕੱਢਣਾ ਹੈਗਾ z ਤੇ z ਜਮਾ 75 ਇਹ ਬੱਚੋ ਰੇਖੀ ਜੋੜਾ ਹੁੰਦਾ ਹੈ। ਇੱਥੇ ਤੁਸੀਂ ਲਿਖਣਾ ਹੈ ਰੇਖੀ ਜੋੜਾ, ਠੀਕ ਹੈ। ਕੀ ਲਿਖਣਾ ਹੈ ਰੇਖੀ ਜੋੜਾ। ਜਦੋਂ ਇਹ ਵਾਲਾ ਕੱਢਣਾ तो z ਦੀ ਵੈਲਿਊ 180 ਮਾਈਨਸ 75 ਆ ਗਿਆ, ਯਾਨੀ ਕਿ 105 ਦੇ ਬਰਾਬਰ ਹੋਏਗਾ। ਉਦਾਂ ਵੀ ਚਲੋ ਆ ਦੋਨੋਂ ਸਮਾਂਤਰ ਰੇਖਾਵਾਂ ਨੇ, ਤਾਂ ਆ ਸਿੱਧੇ ਅੰਦਰਲੇ ਇਕਾਂਤਰ ਕੋਣ ਬਣਦੇ ਪਏ, ਤਾਂ ਉੱਥੋਂ ਵੀ ਆਪਾਂ ਦੱਸ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਵਿੱਚੋਂ ਹੈ ਕਿ y ਦਾ ਮੁੱਲ ਕਿੰਨਾ ਆਊਗਾ। ਦੇਖੋ y ਜਿਹੜਾ ਹੈ 102 ਡਿਗਰੀ ਦੇ ਬਰਾਬਰ ਹੋਊਗਾ। ਸਨਮੁਖ ਕੋਣ ਬਰਾਬਰ ਹੁੰਦੇ ਹਨ। ਸਨਮੁਖ ਕੋਣ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ। तो प्यारे विद्यार्थियों y ਦਾ ਮੁੱਲ ਇੱਥੇ 102 ਡਿਗਰੀ ਦੇ ਬਰਾਬਰ ਆ ਗਿਆ। ਓਕੇ, ਉਸ ਤੋਂ ਬਾਅਦ ਅਗਲੇ ਦੇ ਵਿੱਚ ਥੋੜੀ ਜਿਹੀ ਨਾ ਟ੍ਰਿਕ ਕੀ ਹੈ, ਇਹ ਤੁਸੀਂ ਧਿਆਨ ਨਾਲ ਦੇਖਣਾ ਪੈਣਾ ਤੁਹਾਨੂੰ। ਇਹਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਕਰਨਾ ਪਊਗਾ ਸਾਨੂੰ, ਆ ਟੋਟਲ ਕੋਣ ਕੱਢਣਾ ਪਊਗਾ। ਠੀਕ ਹੈ, ਇਹ ਵਾਲਾ। तो ਇਹਦੇ ਵਿੱਚ ਜਿਹੜਾ y ਕੋਣ ਹੈ, y ਕੋਣ ਐਂਗਲ 30 ਤੇ ਐਂਗਲ z, ਇਹਨਾਂ ਸਾਰਿਆਂ ਦਾ ਮੁੱਲ 180 ਦੇ ਬਰਾਬਰ ਹੋਊਗਾ। ਮੈਂ ਇੱਥੇ ਕਰ ਦਿੰਦਾ एंगल y बराबर एंगल y प्लस 30 ओके ते प्लस z एंगल ये किहदे बराबर होएगा 180 डिग्री। क्यों, क्योंकि लागमे कोणा दा जोड़ की हुंदा है बराबर। नाल लिखना है लागमे कोणा दा जोड़ बराबर हुंदा है। ओके, उस तो बाद हुण एंगल y तुसीं कढ लिया, वो 102 दे बराबर आया जमा 30 ते एंगल z जिहड़ा है वो तुसीं फाइंड आउट करना है। एंगल 30 ਤੇ 102 ਜਿਹੜਾ ਹੈ 132 ਦੇ ਬਰਾਬਰ ਆਇਆ। ਓਕੇ ਜੀ, ਤੇ 132 ਜਿਹੜਾ ਹੈ ਉਹ ਹੁਣ ਤੁਸੀਂ z 180 ਚੋਂ ਜਦੋਂ ਮਾਈਨਸ ਕਰੋਗੇ, ਠੀਕ ਹੈ, 180 ਚੋਂ ਮਾਈਨਸ ਕਰੋਗੇ ਤੁਹਾਨੂੰ z ਦਾ ਮੁੱਲ ਉਥੋਂ ਮਿਲ ਜਾਏਗਾ। ਠੀਕ ਹੈ, 180 ਮਾਈਨਸ 132 ਜਿਹੜਾ ਹੈ ਉਹ ਬੱਚੋ 48 ਦੇ ਬਰਾਬਰ ਆਇਆ। ਇਹਦਾ ਮਤਲਬ z ਦੀ ਵੈਲਿਊ ਜਿਹੜੀ ਹੈ ਉਹ ਕਿੰਨੀ ਆ ਗਈ 48। ਤੇ ਟੋਟਲ ਐਂਗਲ ਹੀ ਕਿੰਨਾ ਆ ਗਿਆ, ਉਹ ਆ ਗਿਆ 78। ਠੀਕ ਹੈ, ਕਿੰਨਾ ਆ ਗਿਆ 78 ਦੇ ਬਰਾਬਰ ਆ ਗਿਆ। ਤਾਂ 48 ਇਹ ਨਿਕਲ ਗਿਆ। ਹੁਣ ਕੀ ਕਰਨਾ, ਹੁਣ ਆ ਤਿੰਨ ਜੋ ਐਂਗਲ x z ਤੇ 102 ਇਹਨਾਂ ਸਾਰਿਆਂ ਦਾ ਜੋੜ ਜਿਹੜਾ ਹੈ ਉਹ ਵਿੱਚੋਂ ਕਿਹਦੇ ਬਰਾਬਰ ਹੋਏਗਾ। ਮੈਂ ਇੱਧਰ ਕਰਨ ਲੱਗਾ ਹੁਣ ਕਿ ਐਂਗਲ x ਐਂਗਲ z ਜਮਾ 102 ਬਰਾਬਰ 180 डिग्री, क्योंकि ਇਹ ਤ੍ਰਿਭੁਜ ਬਣ ਚੁੱਕੀ ਹੈ। ਤ੍ਰਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਆ ਤ੍ਰਿਭੁਜ ਹੋ ਗਈ ਨਾ ਆ ਵਿਕਰਨ ਦੇ ਨਾਲ। ਤ੍ਰਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ 180 ਦੇ ਬਰਾਬਰ ਹੁੰਦਾ ਹੈ। ਤਾਂ x ਦੀ ਵੈਲਿਊ ਇੱਥੇ ਜਦੋਂ ਤੁਸੀਂ ਫਾਈਂਡ ਆਊਟ ਕਰਨੀ ਹੈ, z ਦੀ ਵੈਲਿਊ 48 प्लस 102 ਜਿਹੜਾ ਕਿ 150 ਬਣਾ ਦੂਗਾ 102 ਦੇ ਵਿੱਚ ਐਡ ਹੋਣ ਤੋਂ ਬਾਅਦ। ਠੀਕ ਹੈ, ਤੇ ਵਿਦਿਆਰਥੀਓ ਇੱਥੋਂ ਤੁਹਾਨੂੰ x ਦੀ ਵੈਲਿਊ ਜਿਹੜੀ ਹੈ 180 ਮਾਈਨਸ 150 ਬਰਾਬਰ 30 ਦੇ ਬਰਾਬਰ ਆ ਜਾਊਗੀ। ਠੀਕ ਹੈ, ਹੋਰ ਵੀ ਤਰੀਕੇ ਹਨ, ਜਿਸ ਤਰ੍ਹਾਂ ਵੀ ਤੁਹਾਨੂੰ ਸੌਖਾ ਲੱਗੇ ਉਸ ਤਰ੍ਹਾਂ ਤੁਸੀਂ ਕਰ ਲੈਣਾ ਹੈ। ਮੈਂ ਫਟਾਫਟ ਤੁਹਾਨੂੰ ਇਸ ਤਰੀਕੇ ਨਾਲ ਕਰਵਾ ਦਿੱਤਾ ਹੈ। तो डियर स्टूडेंट्स इसे ही सम ਦਾ 4th पार्ट है ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਕੋਲ ਇੱਕ ਸਮਾਂਤਰ ਚਤੁਰਭੁਜ ਹੈ ਜਿਸ ਵਿੱਚ ਇਹ ਲਾਈਨ ਨੂੰ ਅੱਗੇ ਐਕਸਟੈਂਡ ਕੀਤਾ ਹੋਇਆ। ਠੀਕ ਹੈ, ਇਹਨੂੰ ਆਪਾਂ E ਪੁਆਇੰਟ ਲੈ ਲੈਂਦੇ। ਹੁਣ ਇਹਦੇ ਵਿੱਚ ਦੇਖੋ ਆਹ ਵਾਲੀ ਤੁਹਾਨੂੰ ਪਤਾ ਹੈ BC ਜਿਹੜੀ ਹੈ BC ਰੇਖਾ ਜਿਹੜੀ ਹੈ ਉਹ AD ਦੇ ਸਮਾਂਤਰ ਹੈ ਤੇ ਉਹਦੇ ਵਿੱਚ AB ਜਿਹੜੀ ਹੈ, ਠੀਕ ਹੈ, ਉਹ BC ਅਤੇ AD ਨੂੰ ਕੱਟਦੀ ਹੈ। ठीक है, की करती है कटती है। ओके, तो ਇਹਦਾ मतलब की होया कि एंगल 40 प्लस x ਜਿਹੜਾ ਹੈ ਉਹ 78 ਦੇ ਬਰਾਬਰ ਹੋਏਗਾ। ਇਹਨੂੰ ਕਹਿੰਦੇ ਨੇ ਇਕਾਂਤਰ ਕੋਣ। ਠੀਕ ਹੈ, ਕੀ ਆਖਦੇ ਹਨ ਇਕਾਂਤਰ ਕੋਣ। तो ਇਥੋਂ x ਦਾ ਮੁੱਲ ਕਿੰਨਾ ਆ ਗਿਆ 78 ਮਾਈਨਸ 40 ਬਰਾਬਰ ਇਹ ਆ ਜਾਣਾ 38 ਦੇ ਬਰਾਬਰ। तो x ਦੀ ਵੈਲਿਊ ਜਿਹੜੀ ਹੈ 38 ਦੇ ਬਰਾਬਰ ਹੋਵੇਗੀ। ਓਕੇ, तो ਇਥੋਂ ਅਸੀਂ 38 ਵੈਲਿਊ ਇਹ ਕੱਢ ਲਈ। ਉਸ ਤੋਂ ਬਾਅਦ ਹੁਣ ਆਹ ਵਾਲੇ एंगल ਨੂੰ ਤੁਸੀਂ ਇਦਾਂ ਕਰੋ, ਇਸ एंगल ਨੂੰ ਅਸੀਂ ਕੋਈ ਵੀ ਨੰਬਰ ਦੇ ਦਿੰਦੇ एंगल 2 ਮੰਨ ਲਓ। ਠੀਕ ਹੈ, ਜਾਂ एंगल ਚਲੋ एंगल 2 ਮੰਨ ਲੈਂਦੇ ਆਪਾਂ। ਠੀਕ ਹੈ, ਤੇ ਇਹਦੇ ਵਿੱਚ एंगल 2 ਤੇ एंगल Z ਦਾ ਸਮ ਜਿਹੜਾ ਹੈ ਉਹ ਵਿੱਚੋਂ एंगल 2 ਤੇ एंगल 2 ਜਿਹੜਾ ਹੈ ਉਹ Z ਦੇ ਬਰਾਬਰ ਹੋਊਗਾ, ਪਰ एंगल 2 ਤੇ ਪਹਿਲਾਂ 78 ਦਾ ਸਮ ਜਿਹੜਾ ਹੈ 180 ਡਿਗਰੀ ਹੋਏਗਾ। ਠੀਕ ਹੈ, ਇਹ ਕਿਹੜੇ ਕੋਣ ਹੈ ਰੇਖੀ ਜੋੜਾ, ਇਹਨੂੰ ਆਪਾਂ ਕਹਾਂਗੇ ਰੇਖੀ ਜੋੜਾ। ਤੇ ਰੇਖੀ ਜੋੜਾ ਦੇ ਵਿੱਚ एंगल 2 ਕਿਹਦੇ ਬਰਾਬਰ ਆਇਆ 180 ਮਾਈਨਸ 78 ਬਰਾਬਰ 102 ਦੇ। तो एंगल 2 ਜਿਹੜਾ ਹੈ 102 ਦੇ ਬਰਾਬਰ ਨਿਕਲ ਗਿਆ ਹੈ। ਤੇ ਇਹਦਾ ਮਤਲਬ ਹੁਣ ਜਿਹੜਾ एंगल Z ਹੋਏਗਾ ਉਹ एंगल 2 ਦੇ ਬਰਾਬਰ ਹੋਏਗਾ, ਉਹ ਵੀ 102 ਡਿਗਰੀ ਦੇ ਬਰਾਬਰ ਹੀ ਹੋਏਗਾ। ਡਿਗਰੀ ਜ਼ਰੂਰ ਪਾਣੀ ਹੈ। ਠੀਕ ਹੈ,
तो x ਨੂੰ ਅਸੀਂ x ਜਿਹੜਾ ਹੈ ਉਹ ਵੀ ਐਂਗਲ ਹੈ, तो ਇਹ ਡਿਗਰੀ ਦੇ ਬਰਾਬਰ ਹੈ, तो x ਦਾ ਮੋਲ z ਦਾ ਮੋਲ ਵੀ 102 ਦੇ ਬਰਾਬਰ ਆ ਗਿਆ। ਹੁਣ ਵੈਲਿਊ ਕਿਹੜੀ ਰਹਿ ਗਈ, ਹੁਣ ਦੇਖੋ ਐਂਗਲ x, ਐਂਗਲ 2 ਤੇ ਐਂਗਲ y, ਇਹਨਾਂ ਤਿੰਨਾਂ ਦਾ ਸਮ ਜਿਹੜਾ ਹੈ 180 ਦੇ ਬਰਾਬਰ ਆਊਗਾ। ਓਕੇ, ਇਹਦੇ ਬਰਾਬਰ ਆਊਗਾ 180 ਦੇ ਬਰਾਬਰ ਆਊਗਾ। ਤੇ ਜੇ 180 ਦਾ 2 ਐਂਗਲ ਜਿਹੜਾ ਹੈ x ਦੀ ਵੈਲਿਊ ਤੁਸੀਂ ਕੱਢ ਲਈ, x ਦੀ ਵੈਲਿਊ ਤੁਹਾਨੂੰ 38 ਬਰਾਬਰ ਹੋਈ, 2 ਐਂਗਲ ਜਿਹੜਾ ਹੈ ਉਹ 102 ਦੇ ਬਰਾਬਰ ਆਇਆ। ਤੇ y ਜਿਹੜਾ ਹੈ ਹੁਣ ਤੁਸੀਂ ਇੱਥੋਂ ਕੱਢ ਸਕਦੇ ਹੋ 102 ਜਮਾ ਜਿਹੜਾ 38 ਹੈ ਇਹਨਾਂ ਦੋਨਾਂ ਜੋੜਿਆ 140 ਦੇ ਬਰਾਬਰ ਆ ਗਿਆ। 140 ਜਿਹੜਾ ਹੈ ਉਹ ਇਹਦੇ ਵਿੱਚੋਂ ਮਾਈਨਸ ਹੋਊਗਾ, ਤੇ ਵਿੱਚੋਂ 40 ਤੁਹਾਨੂੰ ਪ੍ਰਾਪਤ ਹੋਏਗਾ ਐਂਗਲ y। तो इस तरह ਵਿੱਚੋਂ ਤੁਸੀਂ ਐਂਗਲ y ਜਿਹੜਾ ਹੈ ਉਹ फाइंड आउट ਕਰ ਸਕਦੇ ਹੋ। ਓਕੇ, so this is a way to find the angles, ਠੀਕ ਹੈ। तो ਇਹ ਥੋੜਾ ਜਿਹਾ complicated ਸੀ ਦੋਨੋਂ ਸਮ, ਬਾਕੀ ਸਾਰੇ ਈਜ਼ੀ ਹਨ, ਪਰ ਇਹਨੂੰ ਧਿਆਨ ਨਾਲ, ਕੋਈ ਜ਼ਿਆਦਾ ਔਖਾ ਵੀ ਨਹੀਂ ਹੈ ਪਰ ਥੋੜਾ ਜਿਹਾ ਟ੍ਰਿਕ ਹੈ, ਥੋੜੇ ਤੁਹਾਨੂੰ ਸਟੈਪ ਲਿਖਣੇ ਪੈਣੇ, ਮੇਰੇ ਕੋਲ ਜਗ੍ਹਾ ਘੱਟ ਹੈ ਮੈਂ ਇਸ ਕਰਕੇ ਕਰਤਾ, ਪਰ ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ। ਅਗਲਾ ਸਮ ਵਿੱਚੋਂ ਹੁਣ ਸਾਡੇ ਮਲਟੀਪਲ ਚੋਇਸ ਹਨ ਕੁਐਸਚਨ, ਇਹ ਵੀ ਅਸੀਂ ਕਰ ਲੈਣੇ ਕਿ ਅਗਰ ਤੁਹਾਡੇ ਕੋਲ ਇੱਕ ਡਾਇਗਨਲ ਦੀ ਲੈਂਥ ਜਿਹੜੀ ਹੈ ਰੈਕਟੈਂਗਲ ਦੀ ਉਹ 6 ਸੈਂਟੀਮੀਟਰ ਹੈ। ਓਕੇ, so dear students, now we are going to do the MCQs। तो ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਮ ਹੈਗਾ ਉਹ ਦੇਖੋ, ਉਹਦੇ ਵਿੱਚ ਕੀ ਦਿੱਤਾ ਹੈ ਕਿ ਤੁਹਾਡੇ ਕੋਲ ਇੱਕ ਰੈਕਟੈਂਗਲ ਹੈ A B C ਤੇ D, ਠੀਕ ਹੈ, ਜਿਸ ਵਿੱਚ ਇੱਕ ਡਾਇਗਨਲ ਦੀ ਵੈਲਿਊ ਦਿੱਤੀ ਹੈ AC ਦੀ ਵੈਲਿਊ ਦਿੱਤੀ ਹੈ 6 ਸੈਂਟੀਮੀਟਰ, ਅਸੀਂ ABC ਆਪਣੇ ਕੋਲੋਂ ਲੈ ਲਿਆ। ਤੇ ਤੁਹਾਨੂੰ ਪੁੱਛਿਆ ਹੈ ਕਿ ਦੂਸਰਾ ਡਾਇਗਨਲ ਯਾਨੀ ਕਿ BD ਕਿਹਦੇ ਬਰਾਬਰ ਹੋਏਗਾ। तो ਵਿਦਿਆਰਥੀਓ ਜੋ ਰੈਕਟੈਂਗਲ ਹੁੰਦੀ ਹੈ ਉਹਦੇ ਡਾਇਗਨਲ ਯਾਨੀ ਕਿ ਵਿਕਰਨ ਬਰਾਬਰ ਹੁੰਦੇ ਹਨ, तो ਇਹਦਾ ਮਤਲਬ ਇਹਦਾ ਆਂਸਰ ਵੀ 6 ਸੈਂਟੀਮੀਟਰ ਆਏਗਾ। दैट मीन्स B ਆਪਸ਼ਨ ਜਿਹੜਾ ਇਹਦਾ ਰਾਈਟ ਆਂਸਰ ਹੋਏਗਾ। ਅਗਲੇ ਕੁਐਸਚਨ ਵਿੱਚ ਹੈ ਜੇ ਸਮਾਂਤਰ ਚਤੁਰਭੁਜ ਦੀਆਂ ਦੋ ਸਨਮੁਖ ਭੁਜਾਵਾਂ, ਸਮਾਂਤਰ ਚਤੁਰਭੁਜ ਹੁਣ ਤੁਹਾਨੂੰ ਪਹਿਲਾਂ ਬਣਾਉਣੀ ਹੈ, ਠੀਕ ਹੈ, ਇਸ ਤਰ੍ਹਾਂ ਬਣਾਉਣੀ ਹੈ, ਹੱਲ ਇਦਾਂ ਕਰਨੇ, ਆਂਸਰ ਸਿੱਧੇ ਨਹੀਂ ਲਿਖਣੇ। ਸਨਮੁਖ ਭੁਜਾਵਾਂ ਕਿ ਇੱਕ ਭੁਜਾ ਜਿਹੜੀ ਹੈ 6x ਹੈ ਤੇ ਸਨਮੁਖ ਭੁਜਾ ਦੂਸਰੀ ਜਿਹੜੀ ਹੈ 24 ਹੈ, ਤੇ ਤੁਹਾਨੂੰ ਪਤਾ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। तो ਇੱਥੇ ਕੀ ਹੈ AB ਜਿਹੜਾ ਹੈ ਉਹ CD ਦੇ ਜਾਂ DC ਦੇ ਬਰਾਬਰ ਹੈ। तो 6x ਬਰਾਬਰ 24, ਇੱਥੋਂ x ਦਾ ਮੁੱਲ 6 ਚੌਕਾ 24, x ਦੀ ਵੈਲਿਊ ਜਿਹੜੀ ਹੈ 4 ਸੈਂਟੀਮੀਟਰ ਦੇ ਬਰਾਬਰ ਆਈ ਹੈ, ਠੀਕ ਹੈ। तो ਇੱਥੋਂ x ਦਾ ਮੁੱਲ ਜਿਹੜਾ ਹੈ ਉਹ 4 ਆਏਗਾ। ਅਗਲਾ ਹੈ ਜੇ ਸਮਾਂਤਰ ਚਤੁਰਭੁਜ ਇੱਕ ਵਿਕਰਨ ਬਰਾਬਰ ਵਿਕਰਨ ਦੇ ਦੋ ਬਰਾਬਰ ਭਾਗ 3x - 2 ਐਂਡ 7 ਯਾਨੀ ਕਿ 7 ਹਨ, ਤਾਂ x ਦਾ ਮੁੱਲ ਕੀ ਹੋਏਗਾ। तो ਇਹ ਅਸੀਂ ਅਗਲੇ ਪੇਜ ਤੇ ਕਰ ਲੈਨੇ। ਥਰਡ ਸਮ ਸਾਡਾ ਕੀ ਹੈ ਕਿ ਇਫ ਦੀ ਇਕੁਅਲ ਪਾਰਟਸ ਆਫ ਏ ਪੈਰਲੋਗ੍ਰਾਮ, ਤੁਸੀਂ ਪਹਿਲਾਂ ਇੱਥੇ ਪੈਰਲੋਗ੍ਰਾਮ ਡਰਾ ਕਰੋਗੇ। ਓਕੇ, A B C D ਇਹਨਾਂ ਦੇ ਇਕੁਅਲ ਪਾਰਟ, ਇੱਕ ਡਾਇਗਨਲ ਅਸੀਂ ਬਣਾ ਲਿਆ। ਓਕੇ, ਤੇ ਡਾਇਗਨਲ ਦੇ ਇਕੁਅਲ ਪਾਰਟ ਯਾਨੀ ਕਿ OA ਜਿਹੜਾ ਹੈ ਉਹ OC ਦੇ ਬਰਾਬਰ ਹੈ, ਇਕੁਅਲ ਪਾਰਟ ਇਹੀ ਹੋਇਆ। ਇੱਥੇ OA ਦਾ ਮੁੱਲ ਮੰਨ ਲਓ 3x - 2 ਤੇ ਦੂਸਰਾ ਹੈਗਾ 7। तो ਹੁਣ x ਦੀ ਵੈਲਿਊ ਕੱਢਣੀ ਹੈ, 7 + 2 ਕਿੰਨਾ ਹੋ ਗਿਆ 9, 3x, x ਦੀ ਵੈਲਿਊ ਆ ਗਈ 9/3 = 3, x ਦੀ ਵੈਲਿਊ ਆ ਗਈ 3, ਠੀਕ ਹੈ। तो ਇਹ ਆਂਸਰ ਜਿਹੜਾ 3 ਦੇ ਬਰਾਬਰ ਆਏਗਾ। ਅਗਲਾ ਹੈ ਜੇਕਰ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣ ਕਿਹੜੇ ਆ 4y ਤੇ 100, ਠੀਕ ਹੈ। ਸਨਮੁਖ ਕੋਣ ਹੁਣ ਕਿਹੜੇ ਹੋਣਗੇ ਉਹ ਅਸੀਂ ਅਗਲੇ ਪੇਜ ਤੇ ਕਰ ਲੈਣੇ। ਸਨਮੁਖ ਕੋਣ ਦਾ ਮਤਲਬ ਹੁੰਦਾ ਹੈ ਆਮੋ ਸਾਹਮਣੇ ਦੇ ਕੋਣ, ਠੀਕ ਹੈ। ਇਹਦਾ ਪੈਰਲੋਗ੍ਰਾਮ ਬਣਾ ਲੈਣੀ, ਇਹਦੇ ਵਿੱਚ ਇਹ ਜਿਹੜਾ 100 ਡਿਗਰੀ ਹੈ ਔਰ ਇਹ ਹੈਗਾ 4y, तो 4y ਜਿਹੜਾ ਹੈ ਉਹ 100 ਦੇ ਬਰਾਬਰ ਆਏਗਾ। ਸਨਮੁਖ ਕੋਣ ਬਰਾਬਰ ਹੁੰਦੇ ਹਨ, तो y ਦੀ ਵੈਲਿਊ ਹੋ ਗਈ 100/4, तो मतलब ਇਹਦੇ ਵਿੱਚ y ਆ ਗਿਆ 25 ਦੇ ਬਰਾਬਰ ਆਏਗਾ। ਇੱਥੇ ਡਿਗਰੀ ਨਹੀਂ ਲਿਖਣਾ, ਠੀਕ ਹੈ। तो ਵੈਲਿਊ ਜਿਹੜੀ ਹੈ 25 ਇਹਦਾ ਆਂਸਰ ਹੋਵੇਗਾ। ਓਕੇ, ਸੋ ਇਹ ਸੀ ਬੱਚੋ ਤੁਹਾਡੀ ਐਕਸਰਸਾਈਜ਼ ਨੰਬਰ 3.1 ਤੋਂ 3.1 ਐਕਸਰਸਾਈਜ਼ ਸਾਰੀ ਸਾਡੀ ਕਵਰ ਹੈ। ਇਸ ਤੋਂ ਬਾਅਦ ਅਗਲੀ ਹੁਣ ਐਕਸਰਸਾਈਜ਼ ਅਸੀਂ 3.2 ਨੈਕਸਟ ਟਾਈਮ ਕਰਾਂਗੇ। ਇਹਨੂੰ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਰਿਵਾਈਜ਼ ਕਰਨਾ ਹੈ, ਵਿਦ ਐਗਜ਼ਾਮਪਲ ਕਰਨਾ ਹੈ, ਸਾਰੀਆਂ ਐਗਜ਼ਾਮਪਲ ਵੀ ਤੁਸੀਂ ਕਵਰ ਕਰਨੀਆਂ ਹਨ। ਥੈਂਕ ਯੂ ਵੈਰੀ ਮੱਚ। ਓਕੇ ਜੀ, ਬਾਏ ਬਾਏ।